ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਤੇ ਨਾ ਦਿੱਤਾ ਆ ਕਿਉਂਕਿ ਹਰ ਚੀਜ਼ ਸੈਂਟਰਲਾਈਜ਼ ਕਰੀ ਜਾਂਦੇ ਆ। ਬਾਬੂ ਜਿਹੜਾ ਆ ਉਹਨੇ 4-5 ਤਰ੍ਹਾਂ ਦੇ ਚਸ਼ਮੇ ਰੱਖੇ ਹੁੰਦੇ ਆ, ਉਹਦੇ ਵਿੱਚੋਂ ਜਿਹੜਾ ਪੋਲੀਟੀਸ਼ੀਅਨ ਨੂੰ ਠੀਕ ਲੱਗਦਾ ਹੈਗਾ ਉਹ ਚੂਜ਼ ਕਰ ਲੈਂਦਾ। ਇਸ ਕਰਕੇ ਮੈਂ ਨਹੀਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹੈਗਾ। ਸਾਨੂੰ ਇਹ ਜ਼ਰੂਰਤ ਹੈਗੀ ਆ ਵੀ ਅਸੀਂ ਸਾਰੇ ਜਿਹੜੇ ਪੁਰਾਣੇ ਇਸ਼ੂਜ਼ ਵੀ ਹੈਗੇ ਆ, ਕਿਉਂਕਿ ਇਹਨੂੰ ਸਾਰੇ ਨੂੰ ਅਸੀਂ ਕੋਵਿਡ ਦੇ ਕਾਰਪੇਟ ਥੱਲੇ ਨਹੀਂ ਸਾਰਾ ਲਪੇਟ ਸਕਦੇ। सूबे की कैप्टन सरकार के वड्डी गिनती विधायक लगातार अपनी ही सरकार ਦੀਆਂ ਨਾਕਾਮੀਆਂ ਨੂੰ ਉਜਾਗਰ ਕਰ ਰਹੇ ਨੇ। ਇਸ ਕੜੀ ਵਿੱਚ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਵਿਧਾਇਕ ਪ੍ਰਗਟ ਸਿੰਘ ਨੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਰੈਵਨਿਊ ਵਧਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਉਹਨਾਂ ਇੱਕ ਤਰ੍ਹਾਂ ਇਲਜ਼ਾਮ ਲਗਾਇਆ ਕਿ ਜਿਸ ਤਰ੍ਹਾਂ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਕੰਮ ਕੀਤਾ ਹੈ, ਸਾਡੀ ਕੈਪਟਨ ਸਰਕਾਰ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ। ਹੋਰ ਕੀ ਕਿਹਾ ਪ੍ਰਗਟ ਸਿੰਘ ਨੇ, ਜ਼ਰਾ ਉਹ ਵੀ ਸੁਣੋ। ਦੇਖੋ, ਗੱਲ ਤਾਂ ਮੋਟੀ ਜੀ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਤੇ ਨਾ ਦਿੱਤਾ ਆ ਕਿਉਂਕਿ ਹਰ ਚੀਜ਼ ਸੈਂਟਰਲਾਈਜ਼ ਕਰੀ ਜਾਂਦੇ ਆ। ਔਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਕਿ ਜੋ ਆਪਣੇ ਸੋਰਸਸ ਹੈਗੇ ਆ ਉਹਨਾਂ ਨੂੰ ਕੰਸੋਲੀਡੇਟ ਕਰਕੇ ਤੇ ਪੰਜਾਬ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਈਏ। ਔਰ ਜਿੱਥੋਂ ਤੱਕ ਐਕਸਾਈਜ਼ ਪਾਲਿਸੀ ਦਾ, ਕਿਉਂਕਿ ਜੇ ਸਾਨੂੰ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਆ, ਕਿਉਂਕਿ ਜੇ ਨਵਜੋਤ ਸਿੱਧੂ ਨੇ ਇਹ ਸੁਝਾਅ ਦਿੱਤਾ ਸੀ ਤਾਂ ਮੈਨੂੰ ਲੱਗਦਾ ਸੁਝਾਅ ਕਿਸੇ ਦਾ ਵੀ ਹੋਵੇ ਸਾਨੂੰ ਮੰਨ ਲੈਣਾ ਚਾਹੀਦਾ ਤੇ ਘੱਟੋ ਘੱਟ ਵੀ 10,000 ਕਰੋੜ ਰੁਪਈਆ ਇਹਦੇ ਤੋਂ ਜਨਰੇਟ ਹੋ ਸਕਦਾ। ਔਰ ਦੂਸਰੀ ਗੱਲ ਹੈ, ਕਿਉਂਕਿ ਬਾਬੂ ਜਿਹੜਾ ਆ ਉਹਨੇ 4-5 ਤਰ੍ਹਾਂ ਦੇ ਚਸ਼ਮੇ ਰੱਖੇ ਹੁੰਦੇ ਆ, ਉਹਦੇ ਵਿੱਚੋਂ ਜਿਹੜਾ ਪੋਲੀਟੀਸ਼ੀਅਨ ਨੂੰ ਠੀਕ ਲੱਗਦਾ ਹੈਗਾ ਉਹ ਚੂਜ਼ ਕਰ ਲੈਂਦਾ। ਇਸ ਕਰਕੇ ਮੈਂ ਨਹੀਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹੈਗਾ, ਕਿਉਂਕਿ ਅਲਟੀਮੇਟਲੀ ਰਾਜ ਕਿਹਦਾ ਆ? ਰਾਜ ਤਾਂ ਕੈਪਟਨ ਅਮਰਿੰਦਰ ਸਿੰਘ ਦਾ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੁਹਿਰਦਤਾ ਨਾਲ, ਔਰ ਜਦੋਂ ਕੋਵਿਡ-19 ਤੋਂ ਬਾਅਦ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਹੋਰ ਵੀ ਉਹਦੇ ਵਿੱਚ ਜ਼ਿਆਦਾ ਸਮੱਸਿਆਵਾਂ ਹੈਗੀਆਂ, ਸਾਨੂੰ ਹੋਰ ਸੁਹਿਰਦਤਾ ਨਾਲ, ਸਾਨੂੰ ਹੋਰ ਡੀਪ ਥਾਟ ਦੇ ਕੇ, ਕਿਉਂਕਿ ਸਾਡਾ ਜਿੰਨੀ ਵੀ ਕੰਸੋਲੀਡੇਸ਼ਨ ਹੋ ਜਾਵੇ, ਕਿਉਂਕਿ ਸਾਡੇ ਕੋਲ ਸੋਰਸ ਐਕਸਾਈਜ਼ ਆ ਤੇ ਮਾਈਨਿੰਗ ਹੈ ਤੇ ਇਹਦੇ ਤੇ ਕੰਮ ਕਰਨਾ ਚਾਹੀਦਾ। ਔਰ ਜਿਹੜੇ, ਕਿਉਂਕਿ ਹੁਣ ਇਹ ਸਾਡੇ ਨਾਲ ਹੀ ਚੱਲਣਾ ਹੈਗਾ, ਜਿਹੜਾ ਕੋਵਿਡ-19 ਹੈ ਇਹਦੇ ਨਾਲ ਹੀ ਸਾਨੂੰ ਰਹਿਣਾ ਆਉਣਾ ਚਾਹੀਦਾ। ਔਰ ਉਹਦੇ ਵਿੱਚ ਸਾਨੂੰ ਇਹ ਜ਼ਰੂਰਤ ਹੈਗੀ ਆ ਵੀ ਅਸੀਂ ਸਾਰੇ ਜਿਹੜੇ ਪੁਰਾਣੇ ਇਸ਼ੂਜ਼ ਵੀ ਹੈਗੇ ਆ, ਕਿਉਂਕਿ ਇਹਨੂੰ ਸਾਰੇ ਨੂੰ ਅਸੀਂ ਕੋਵਿਡ ਦੇ ਕਾਰਪੇਟ ਥੱਲੇ ਨਹੀਂ ਸਾਰਾ ਲਪੇਟ ਸਕਦੇ। ਔਰ ਉਹਦੇ ਵਿੱਚ ਚਾਹੇ ਬੇਅਦਬੀਆਂ ਵਾਲਾ ਇਸ਼ੂ ਹੈ, ਚਾਹੇ 31,000 ਕਰੋੜ ਵਾਲਾ ਇਸ਼ੂ ਆ, ਚਾਹੇ ਤਾਂ ਜਿਹੜੀਆਂ PPA ਹੈਗਾ, ਪਾਵਰ ਪਰਚੇਜ਼ ਐਗਰੀਮੈਂਟ, ਇਹਨਾਂ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਔਰ ਸੂਬੇ ਨੂੰ ਉਭਾਰਨ ਦੀ ਜ਼ਰੂਰਤ ਹੈ। ਕਿਉਂਕਿ ਜੇ ਅਸੀਂ ਉਹਨਾਂ ਵੱਲ ਦੇਖਦੇ ਰਹੇ, ਗਵਰਨਮੈਂਟ ਆਫ ਇੰਡੀਆ ਵੱਲ, ਕਿਉਂਕਿ ਜੋ ਕੱਲ੍ਹ ਦੇ ਉਹਨਾਂ ਨੇ ਐਡਮਿਨਿਸਟ੍ਰੇਟਿਵ ਰਿਫਾਰਮਸ ਦਿੱਤੇ ਹੈਗੇ ਆ, ਜਾਂ ਮੇਰਾ ਖਿਆਲ ਹੈ ਵੀ 74% ਤਾਂ ਜਿਹੜੀ FDI ਦੀ ਡਾਇਰੈਕਟ ਜਿਹੜੀ ਇਨਵੋਲਵਮੈਂਟ ਆ ਉਹ ਡਿਫੈਂਸ ਜਿਹੜੀਆਂ ਇਕੁਇਪਮੈਂਟ ਹੈਗਾ ਉਹਦੇ ਵਿੱਚ ਕਰ ਦਿੱਤੀਆਂ, ਤੇ ਆਤਮ ਨਿਰਭਰ ਦੀ ਗੱਲ ਇਹ ਕਿੱਥੇ ਕਰਦੇ ਆ, ਤੇ ਸਾਨੂੰ ਸਟੇਟਾਂ ਨੂੰ ਤਕੜੇ ਹੋਣ ਦੀ ਜ਼ਰੂਰਤ ਹੈ। ਔਰ ਮੈਂ ਤਾਂ ਇਹ ਜਿੰਨੇ ਵੀ ਲੈਜਿਸਲੇਟਰ ਹੈਗੇ ਆ ਜਾਂ ਮਿਨਿਸਟਰਸ ਹੈਗੇ ਆ, ਇਹਨਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨੀ ਆ ਵੀ ਆਪਾਂ ਲਾਈਨ ਆਪਣੀ ਦੂਰ ਨਾ ਬਣਾ ਕੇ ਬਹਿ ਜਾਈਏ, ਉਹਨੂੰ ਅੱਗੇ ਵਧੀਏ, ਕਿਉਂਕਿ ਸਮਾਂ ਕਿਸੇ ਦਾ ਨਹੀਂ ਹੁੰਦਾ। ਦੇਖੋ, ਸਾਰਿਆਂ ਨੂੰ ਨੁਕਸਾਨ ਹੋਇਆ, ਕਿਉਂਕਿ ਹੁਣ ਤੱਕ ਬਹੁਤ ਡਰ ਵੀ ਸੀਗਾ, ਹਜੇ ਵੀ ਕਿਤੇ ਨਾ ਕਿਤੇ ਡਰ ਦੀ ਜ਼ਰੂਰਤ ਹੈਗੀ ਆ। ਸਾਨੂੰ ਜਿਹੜੇ ਪ੍ਰੀਕਾਸ਼ਨਸ ਆ ਉਹ ਲੈਣ ਦੀ ਜ਼ਰੂਰਤ ਹੈਗੀ ਆ, ਔਰ ਉਹਦੇ ਨਾਲ ਫਿਟਨੈਸ ਸਾਨੂੰ ਕਰਨੀ ਚਾਹੀਦੀ ਆ, ਕਿਉਂਕਿ ਜਿਹੜਾ ਸਪੋਰਟਸਮੈਨ ਆ ਉਹ ਫਿਟਨੈਸ ਤੋਂ ਬਿਨਾਂ ਕਿਵੇਂ ਚੱਲ ਸਕਦਾ? ਵੈਸੇ ਤਾਂ ਆਮ ਬੰਦਾ ਵੀ ਜਿਹੜਾ, ਕਿਉਂਕਿ ਜੇ ਉਹ ਫਿਜ਼ੀਕਲੀ ਤਕੜਾ ਹੋਊਗਾ, ਮਾਨਸਿਕ ਤੌਰ ਤੇ ਤਕੜਾ ਹੋਊਗਾ, ਤੇ ਉਹ ਇਮਿਊਨ ਸਿਸਟਮ ਤਾਂ ਹੀ ਉਹਦਾ ਤਕੜਾ ਹੋਊਗਾ। ਲਾਕਡਾਊਨ ਦਾ 4.0 ਕੱਲ੍ਹ ਤੋਂ ਸਟਾਰਟ ਹੋ ਗਿਆ, ਉਹਦੇ ਵਿੱਚ ਪੰਜਾਬ ਸਰਕਾਰ ਨੂੰ ਕੀ ਨਹੀਂ? ਦੇਖੋ ਪੰਜਾਬ ਸਰਕਾਰ ਨੇ ਤਾਂ ਐਡਵਾਈਜ਼ਰੀ ਇਸ਼ੂ ਕਰਨੀ ਆ, ਬਟ ਸਾਨੂੰ ਸਾਰਿਆਂ ਨੂੰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈਗਾ, ਸਾਨੂੰ ਸਾਰਿਆਂ ਨੂੰ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈਗੀ। ਦੇਖੋ, ਅਲਟੀਮੇਟਲੀ ਤਾਂ ਹਟਾਉਣਾ ਹੀ ਪਊਗਾ, ਪਰ ਇਹਦੇ 'ਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ। ਕਿਉਂਕਿ ਹੁਣ ਇਹ ਨਹੀਂ ਹੈ ਵੀ ਆਪਾਂ ਇਹ ਕਹਿ ਦਈਏ ਵੀ ਸਰਕਾਰ ਆਹ ਕਰ ਦੇਵੇ, ਸਰਕਾਰ ਆਹ ਕਰ ਦੇਵੇ। ਇਹ ਤਾਂ ਯਾਰ ਆਪਾਂ ਜਿਹੜਾ ਸੋਸ਼ਲ ਡਿਸਟੈਂਸ ਆ ਆਪਾਂ ਮੇਨਟੇਨ ਕਰਨਾ ਹੈਗਾ, ਇੱਕ ਦੂਸਰੇ ਤੋਂ ਆਪਾਂ ਬਚਣਾ ਹੈਗਾ, ਕਿਉਂਕਿ ਇਹਦੇ ਵਿੱਚ ਸਭ ਤੋਂ ਡੇਂਜਰਸ ਜਿਹੜਾ ਉਹ ਕੈਰੀਅਰ ਆ। ਕਿਉਂਕਿ ਜੇ ਕੈਰੀਅਰ ਜਿਹੜਾ ਆ ਉਹਨੂੰ ਸਿੰਪਟਮਸ ਨਹੀਂ ਆਉਂਦੇ, ਲੇਕਿਨ ਉਹ ਸਭ ਤੋਂ ਕਈ ਵਾਰੀ, ਕਿਉਂਕਿ ਜਿਹੜਾ ਵੀਕ ਇਮਿਊਨ ਸਿਸਟਮ ਆ ਉਹਨੂੰ ਜਾ ਕੇ ਫਿਰ ਕਿਤੇ ਨਾ ਕਿਤੇ ਉਹ ਨੁਕਸਾਨ ਕਰਦਾ। ਜਿਸ ਤਰੀਕੇ ਨਾਲ ਲਗਾਤਾਰ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਆਪਣੀ ਹੀ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ, ਉਸ ਤੋਂ ਇਹ ਵੀ ਪ੍ਰਤੀਤ ਹੋਣ ਲੱਗਾ ਹੈ ਕਿ ਸ਼ਾਇਦ ਇਹ ਸਭ ਲੋਕਾਂ ਦਾ ਧਿਆਨ ਭਟਕਾਉਣ ਦਾ ਹੀ ਜ਼ਰੀਆ ਹੋਵੇ। ਪਰ ਇਹ ਵੀ ਅਸਲੀਅਤ ਹੈ ਕਿ ਪਿਛਲੇ 3 ਸਾਲਾਂ ਵਿੱਚ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕੀ। ਜਲੰਧਰ ਤੋਂ ਮਨਵੀਰ ਸੱਭਰਵਾਲ, ਨਿਊਜ਼ ਡੈਸਕ ਤੋਂ ਬਿਊਰੋ ਰਿਪੋਰਟ।
ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।